ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਤੁਸੀਂ ਬਾਰ-ਬਾਰ ਸਿਮਰਨ ਕਰਨ ਦਾ ਮਤਲਬ ਇਹ ਹੈ ਵੀ ਉਹ ਤੁਹਾਡੇ ਅੰਦਰ ਵਸ ਜਾਵੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਬਾਰ-ਬਾਰ ਸਿਮਰਨ ਕਰਨ ਨਾਲ ਰੱਬ ਗੁੱਸੇ ਨਹੀਂ ਹੁੰਦਾ, ਬਲਕਿ ਉਹ ਪ੍ਰਸੰਨ ਹੀ ਰਹਿੰਦਾ ਹੈ, ਕਿਉਂਕਿ ਉਹ ਪੂਰਨ ਕਿਰਪਾਲੂ ਹੈ। ਨਾਨਕ ਜੀਅ ਕਾ ਇਹ ਆਧਾਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸਲੀ ਜਿਹੜਾ ਜੀਵ ਦਾ ਆਧਾਰ ਆਸਰਾ ਵੀ ਇਹੀ ਹੈ। ਵਾਹਿਗੁਰੂ ਦਾ ਸਿਮਰਨ ਹੀ ਅਸਲੀ ਇਸ ਜੀਵ ਦਾ ਆਧਾਰ ਹੈ। ਜਿਵੇਂ ਮੱਛੀ ਨੂੰ ਪਾਣੀ ਦਾ ਆਸਰਾ ਹੁੰਦਾ ਹੈ, ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਫਰਮਾਇਆ, ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ, ਜੋ ਰਤੇ ਸਹਿ ਆਪਣਾ ਤਿਨ ਭਾਵੈ ਸਭ ਕੋਈ। ਜਿਵੇਂ ਅਮਲੀ ਨੂੰ ਅਮਲ ਦਾ ਆਧਾਰ ਹੋ ਜਾਂਦਾ ਹੈ। ਜਿਹੜੇ ਪੱਕੀ ਅਮਲੀ ਹੁੰਦੇ ਨੇ, ਜੇ ਉਹਨਾਂ ਨੂੰ ਸਮੇਂ ਸਿਰ ਅਮਲ ਨਾ ਮਿਲੇ, ਉਹਨਾਂ ਦੀ ਹਾਲਤ ਬੜੀ ਤਰਸਯੋਗ ਹੁੰਦੀ ਹੈ, ਤੜਫਦੇ ਨੇ। ਹਜ਼ੂਰ ਕਹਿੰਦੇ ਨੇ, ਜਿਵੇਂ ਅਮਲੀ ਨੂੰ ਅਮਲ ਦਾ ਆਸਰਾ ਹੁੰਦਾ ਹੈ ਤੇ ਮੱਛੀ ਨੂੰ ਪਾਣੀ ਦਾ ਆਸਰਾ ਹੁੰਦਾ ਹੈ। ਜੇ ਅਮਲੀ ਨੂੰ ਅਮਲ ਨਾ ਮਿਲੇ ਉਹ ਤੜਫਦਾ ਹੈ, ਮੱਛੀ ਨੂੰ ਪਾਣੀ ਨਾ ਮਿਲੇ ਉਹ ਤੜਫ ਕੇ ਮਰ ਜਾਂਦੀ ਹੈ। ਤੇ ਇੰਨਾ ਹੀ ਪਿਆਰ ਨਾਮ ਦੇ ਨਾਲ ਹੋਣਾ ਚਾਹੀਦਾ। ਨਾਨਕ ਜੀ ਕਾ ਇਹ ਆਧਾਰ। ਹਜ਼ੂਰ ਕਹਿੰਦੇ ਨੇ, ਅਸਲੀ ਸਾਡੇ ਜੀ ਦਾ ਆਸਰਾ, ਸਾਡੇ ਮਨ ਦਾ ਆਸਰਾ, ਸਾਡੇ ਦਿਲ ਦਾ ਆਸਰਾ ਇਹੀ ਨਾਮ ਹੈ। ਉੱਤਮ ਸ਼ਲੋਕ ਸਾਧ ਕੇ ਬਚਨ। ਲੋ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਬਾਣੀ ਦੀ ਮਹਿਮਾ ਉਚਾਰਨ ਕਰਦੇ ਹਨ। ਗੁਰਮੁਖੋ, ਉੱਤਮ ਸ਼ਲੋਕ ਸਾਧ ਕੇ ਬਚਨ। ਜੋ ਸਾਧ ਸਤਿਗੁਰੂ ਦੇ ਬਚਨ ਨੇ ਇਹ ਬੜੇ ਹੀ ਉੱਤਮ ਨੇ, ਬੜੇ ਅਮੋਲਕ ਨੇ। ਤੇ ਜਿਹੜੇ ਇਸ ਬਾਣੀ ਦੇ ਵਿੱਚ ਸ਼ਲੋਕ ਲਿਖੇ ਗਏ ਨੇ, ਕਿਉਂਕਿ ਹਰ ਅਸ਼ਟਪਦੀ ਦੇ ਆਰੰਭ ਦੇ ਵਿੱਚ ਇੱਕ ਸ਼ਲੋਕ ਹੈ ਤੇ ਫਿਰ ਅਸ਼ਟਪਦੀ ਵਿੱਚ ਉਪਦੇਸ਼ ਦਿੱਤੇ ਗਏ ਨੇ। ਹਜ਼ੂਰ ਕਹਿੰਦੇ ਨੇ ਉੱਤਮ ਸ਼ਲੋਕ, ਇਸ ਬਾਣੀ ਦੇ ਸ਼ਲੋਕ ਵੀ ਉੱਤਮ ਨੇ ਤੇ ਬਾਕੀ ਸਾਧ ਕੇ ਬਚਨ, ਬਾਕੀ ਜਿਹੜੇ ਸਤਿਗੁਰੂ ਦੇ ਬਚਨ ਨੇ ਅਸ਼ਟਪਦੀ ਵਿੱਚ ਬਿਆਨ ਕੀਤੇ, ਉਹ ਵੀ ਮਹਾਨ ਉੱਤਮ ਹਨ। ਅਮੁੱਲੀਕ ਲਾਲ ਇਹ ਰਤਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਸ਼ਲੋਕ ਨੇ ਤੇ ਗਾਂ ਬਾਣੀ ਦੇ ਹੋਰ ਬਚਨ ਨੇ, ਇਹ ਸਤਿਗੁਰੂ ਦੇ ਅਮੋਲਕ ਬਚਨ, ਇਹ ਮਾਨੋ ਬੜੇ ਕੀਮਤੀ ਲਾਲ ਤੇ ਰਤਨ ਹਨ, ਕਿਉਂਕਿ ਲਾਲ ਤੇ ਰਤਨ ਬੜੇ ਕੀਮਤੀ ਮੰਨੇ ਗਏ ਨੇ। ਹਜ਼ੂਰ ਕਹਿੰਦੇ ਨੇ, ਜਿਹੜੇ ਸਤਿਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਦੇ ਸ਼ਲੋਕ ਨੇ ਤੇ ਬਾਕੀ ਜਿਹੜੇ ਹੋਰ ਬਾਣੀ ਦੇ ਬਚਨ ਸਤਿਗੁਰੂ ਨੇ ਉਚਾਰਨ ਕੀਤੇ ਨੇ, ਇਹ ਬੜੇ ਅਮੋਲਕ, ਬੜੇ ਬੇਸ਼ਕੀਮਤੀ ਲਾਲ ਤੇ ਰਤਨ ਹਨ। ਸੁਨਤ ਕਮਾਵਤ ਹੋਤ ਉਧਾਰ। ਲੋ ਇਹ ਬਾਣੀ ਦਾ ਮਹਾਤਮ ਇੱਥੋਂ ਸ਼ੁਰੂ ਹੋ ਗਿਆ ਹੈ। ਹਜ਼ੂਰ ਕਹਿੰਦੇ ਨੇ, ਜਿਹੜਾ ਇਹਨਾਂ ਨੂੰ ਪ੍ਰੇਮ ਦੇ ਨਾਲ ਸੁਣਦਾ ਹੈ ਤੇ ਕਮਾਵਤ, ਅੱਗੇ ਫਿਰ ਕਮਾਈ ਵੀ ਕਰਦਾ ਹੈ, ਕੇਵਲ ਸੁਣ ਕੇ ਹੀ ਨਹੀਂ ਛੱਡ ਦੇਣਾ। ਗਾਂ ਜੋ ਸਤਿਗੁਰੂ ਮਹਾਰਾਜ ਨੇ ਸਾਨੂੰ ਕਰਨ ਲਈ ਆਖਿਆ ਹੈ, ਉਹ ਵੀ ਆਪਾਂ ਸਤਿਗੁਰੂ ਦਾ ਬਚਨ ਮੰਨਣਾ ਹੈ। ਭਾਵ ਗੁਰਬਾਣੀ ਦੇ ਉਪਦੇਸ਼ ਨੂੰ ਸੁਣ ਕੇ ਕਮਾਉਣਾ ਵੀ ਹੈ, ਜਿਹੜਾ ਸੁਣਦਾ ਵੀ ਹੈ ਤੇ ਗਾਂ ਕਮਾਉਂਦਾ ਵੀ ਹੈ। ਹੋਤ ਉਧਾਰ, ਸਤਿਗੁਰੂ ਕਹਿੰਦੇ ਭਾਈ ਉਸ ਦਾ ਉਧਾਰ ਹੋ ਜਾਂਦਾ ਹੈ। ਆਪ ਤਰੈ ਲੋਕਹਿ ਨਿਸਤਾਰ। ਲੋ ਇਸ ਬਾਣੀ ਦਾ ਮਹਾਤਮ ਹੈ, ਜਿਹੜਾ ਗੁਰੂ ਦੇ ਬਚਨਾਂ ਨੂੰ ਸੁਣਦਾ ਤੇ ਕਮਾਉਂਦਾ ਹੈ, ਉਹ ਆਪ ਵੀ ਤਰ ਜਾਂਦਾ ਹੈ। ਲੋਕਾ ਹੈ ਨਿਸਤਾਰ, ਤੇ ਫਿਰ ਹੋਰ ਲੋਕਾਂ ਦਾ ਵੀ ਉਧਾਰ ਕਰਦਾ ਹੈ। ਸਫਲ ਜੀਵਨ ਸਫਲਤਾ ਕਾ ਸੰਗ। ਲੋ ਜਿਹੜਾ ਗੁਰੂ ਦੇ ਬਚਨਾਂ ਨੂੰ ਸੁਣਦਾ ਤੇ ਕਮਾਉਂਦਾ ਹੈ, ਸਫਲ ਜੀਵਨ, ਉਸ ਦਾ ਜੀਵਨ ਵੀ ਸਫਲ ਹੋ ਜਾਂਦਾ ਹੈ। ਸਫਲ 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 ਪਈ ਯਾਤਰਾ, ਆਵਨ ਜਾਣ ਰਹੇ ਮਿਲੇ ਸਾਧਾ। ਹਜ਼ੂਰ ਕਹਿੰਦੇ ਨੇ, ਸਫਲਤਾ ਕਾ ਸੰਗ, ਉਸ ਮਹਾਂਪੁਰਖ ਦਾ ਭਾਈ ਜਿਹੜਾ ਸੰਗ ਹੈ ਉਹ ਵੀ ਸਫਲ ਹੈ। ਇਹਦਾ ਮਤਲਬ ਇਹ ਹੈ, ਜਿਹੜਾ ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਉਹਦੇ ਜੀਵਨ ਤੇ ਵੀ ਅੱਛਾ ਪ੍ਰਭਾਵ ਪੈ ਜਾਂਦਾ ਹੈ। ਜਾ ਕੇ ਮਨ ਲਾਗਾ ਹਰ ਰੰਗ। ਪਰ ਨਾਲ ਸਤਿਗੁਰੂ ਮਹਾਰਾਜ ਨੇ ਇਹ ਇੱਕ ਕੰਡੀਸ਼ਨ ਵੀ ਰੱਖ ਦਿੱਤੀ ਹੈ ਵੀ ਉਸ ਮਹਾਂਪੁਰਖ ਦੀ ਅਵਸਥਾ ਇਹ ਹੋਣੀ ਚਾਹੀਦੀ ਹੈ, ਜਾ ਕੇ ਮਨ ਲਾਗਾ ਹਰ ਰੰਗ, ਜਿਸ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਰੰਗ ਲੱਗਿਆ ਹੋਵੇ, ਉਸ ਪ੍ਰਭੂ ਦਾ ਪ੍ਰੇਮ ਲੱਗਿਆ ਹੋਵੇ, ਉਹਦਾ ਆਪਣਾ ਜੀਵਨ ਵੀ ਸਫਲ ਹੋ ਜਾਂਦਾ ਹੈ ਤੇ ਉਹਦਾ ਸੰਗ ਵੀ ਸਫਲ ਹੈ। ਜੈ ਜੈ ਸ਼ਬਦ ਅਨਾਹਦ ਵਾਜੈ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਹਦੇ ਜੈ ਜੈਕਾਰ ਦੇ ਸ਼ਬਦ ਗੂੰਜਦੇ ਨੇ ਤੇ ਅਨਾਹਦ ਵਾਜੈ,
ਤੇ ਨਾਲ ਅਨਹਦ ਵਾਜਾ ਵੀ ਵੱਜਦਾ ਹੈ। ਇਹਦਾ ਮਤਲਬ ਕੀ ਹੋਇਆ ਵੀ ਐਸੇ ਮਹਾਂਪੁਰਖ ਦੀ ਵਡਿਆਈ ਸਾਰੀ ਦੁਨੀਆ ਕਰਦੀ ਹੈ। ਕਿਵੇਂ ਕਰਦੀ ਹੈ? ਜੈ ਜੈ ਸ਼ਬਦ, ਉਹਦੀ ਸਿਫਤ ਸਲਾਹ ਦੇ ਸ਼ਬਦ ਉਚਾਰਨ ਕਰਕੇ ਤੇ ਨਾਲ ਵਾਜੇ ਵਜਾ ਕੇ, ਭਾਵ ਕੀਰਤਨ ਦੁਆਰਾ ਜਦੋਂ ਆਪਾਂ ਮਹਾਂਪੁਰਖਾਂ ਦੀ ਵਡਿਆਈ ਦੇ ਸ਼ਬਦ ਪੜ੍ਹਦੇ ਹਾਂ ਉਸ ਵੇਲੇ ਨਾਲ ਵਾਜਾ ਵੀ ਵੱਜਦਾ ਹੈ, ਹੋਰ ਵੀ ਸਾਜ਼ ਵੱਜਦੇ ਨੇ ਤੇ ਨਾਲ ਗੁਰਬਾਣੀ ਸ਼ਬਦ ਦਾ ਗਾਇਨ ਵੀ ਕੀਤਾ ਜਾਂਦਾ ਹੈ, ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਮਹਾਂਪੁਰਖਾਂ ਦੀ ਬੇਅੰਤ ਮਹਿਮਾ ਲਿਖੀ ਹੈ। ਅਥਵਾ ਜੈ ਜੈ ਸ਼ਬਦ ਅਨਾਹਦ ਵਾਜੈ, ਉਹਨਾਂ ਗੁਰਮੁਖਾਂ ਦੀ ਹਮੇਸ਼ਾ ਲਈ ਜੈ ਜੈਕਾਰ ਹੁੰਦੀ ਹੈ। ਤੇ ਜਿਹੜਾ ਅਨਾਹਦ ਸ਼ਬਦ ਹੈ, ਅਨਾਹਦ ਸ਼ਬਦ ਉਸ ਨੂੰ ਕਹਿੰਦੇ ਨੇ ਵੀ ਜਿਹੜਾ ਬਾਹਰਲੇ ਕਿਸੇ ਹੋਰ ਸਾਜ਼ ਤੋਂ ਵੀ ਤੇ ਬਾਹਰਲੇ ਕਿਸੇ ਹੋਰ ਸਾਧਨ ਤੋਂ ਵੀ ਪੈਦਾ ਨਹੀਂ ਹੁੰਦਾ ਤੇ ਜਿਹੜਾ ਸੁਰਤ ਅੰਦਰ ਆਪਣੇ ਆਪ ਹੀ ਵੱਜਦਾ ਹੋਵੇ ਉਸ ਨੂੰ ਅਨਾਹਦ ਸ਼ਬਦ ਕਹਿੰਦੇ ਨੇ। ਜੈ ਜੈ ਸ਼ਬਦ ਅਨਾਹਦ ਵਾਜੈ, ਹਜ਼ੂਰ ਕਹਿੰਦੇ ਉਸ ਗੁਰਮੁਖ ਪਿਆਰੇ ਦੀ ਸਭ ਥਾਵਾਂ ਤੇ ਜੈ ਜੈਕਾਰ ਹੁੰਦੀ ਹੈ ਤੇ ਜਿਹੜਾ ਅਨਾਹਦ ਸ਼ਬਦ ਵਾਜੈ ਉਹਦੇ ਅੰਦਰ ਪ੍ਰਗਟ ਹੋ ਜਾਂਦਾ ਹੈ, ਭਾਵ ਅਜੱਪਾ ਜਾਪ ਨਾਮ ਬਾਣੀ ਦਾ ਅਖੰਡ ਪ੍ਰਵਾਹ ਉਹਦੇ ਅੰਦਰ ਪ੍ਰਗਟ ਹੁੰਦਾ ਹੈ। ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ, ਹਜ਼ੂਰ ਕਹਿੰਦੇ ਨੇ ਉਹ ਗੁਰਮੁਖ ਪਿਆਰਾ ਉਸ ਅਨਹਦ ਸ਼ਬਦ ਨੂੰ ਸੁਣ ਸੁਣ ਕੇ ਆਨੰਦ ਕਰੇ ਤੇ ਬੜਾ ਭਾਰੀ ਆਨੰਦ ਮਾਣਦਾ ਹੈ ਤੇ ਪ੍ਰਭ ਗਾਜੈ, ਫਿਰ ਉਹਦੇ ਅੰਦਰ ਵਾਹਿਗੁਰੂ ਪਰਮੇਸ਼ਰ ਵੀ ਗੱਜਦਾ ਹੈ, ਭਾਵ ਵਾਹਿਗੁਰੂ ਪਰਮੇਸ਼ਰ ਵੀ ਉਹਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਜਾਂ ਗਾਜਾ ਦਾ ਅਰਥ ਵੀ ਬੋਲਦਾ ਹੈ, ਗੱਜਣਾ, ਜਿਵੇਂ ਕਹਿੰਦੇ ਨਿਹੰਗ ਸਿਉਂ ਕਹਿੰਦੇ ਵੀ ਜਕਾਰਾ ਗਜਾ ਦਿਓ, ਇਸ ਤਰ੍ਹਾਂ ਉਹ ਗਾਜਾ ਸ਼ਬਦ ਬੋਲਣ ਦਾ ਵੀ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਉਹ ਸੁਣ ਸੁਣ ਕੇ ਗੁਰਮੁਖ ਜਨ ਆਨੰਦ ਮਾਣਦਾ ਹੈ ਤੇ ਪ੍ਰਭ ਗਾਜੈ, ਤੇ ਉਹ ਵਾਹਿਗੁਰੂ ਪਰਮੇਸ਼ਰ ਉਹਦੇ ਅੰਦਰ ਗੱਜਦਾ ਹੈ, ਬੋਲਦਾ ਹੈ ਅਥਵਾ ਪ੍ਰਗਟ ਹੋ ਜਾਂਦਾ ਹੈ। ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਮਹਾਂਤ ਦਾ ਅਰਥ ਹੈ ਵੀ ਮਹਾਤਮਾ ਲੋਕ ਨੇ। ਮਹਾਤਮਾ ਕੌਣ ਹੁੰਦੇ ਨੇ? ਮਹਾਆਤਮਾ, ਜਿਨ੍ਹਾਂ ਦੀ ਆਤਮਾ ਮਹਾਨ ਹੋਵੇ, ਜਿਨ੍ਹਾਂ ਦੀ ਆਤਮਾ ਮਹਾਨ ਪਵਿੱਤਰ ਹੋ ਜਾਵੇ, ਜਿਨ੍ਹਾਂ ਨੂੰ ਸ਼ੁੱਧ ਆਤਮਾ ਦਾ ਗਿਆਨ ਪ੍ਰਾਪਤ ਹੋ ਜਾਵੇ, ਉਹ ਮਹਾਤਮਾ ਹੁੰਦੇ ਨੇ। ਹਜ਼ੂਰ ਕਹਿੰਦੇ ਨੇ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਜਿਹੜੇ ਐਸੇ ਮਹਾਤਮਾ ਲੋਕ ਨੇ ਉਹਨਾਂ ਦੇ ਮੱਥੇ ਤੇ ਉਹ ਗੋਪਾਲ ਜੀ ਪ੍ਰਗਟ ਹੋ ਜਾਂਦੇ ਨੇ। ਭਾਵ ਮੱਥੇ ਤੋਂ ਮੁਰਾਦ ਹੈ ਜਿਹੜਾ ਮੱਥੇ ਦੇ ਅੰਦਰਲੇ ਪਾਸੇ ਸਾਡਾ ਦਿਮਾਗ ਤੇ 10ਵਾਂ ਦੁਆਰ ਹੈ, ਵੀ ਉਹ ਮੱਥੇ ਤੋਂ ਭਾਵ ਹੈ 10ਵੇਂ ਦੁਆਰ ਦੀ। ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਵੀ ਜਿਹੜੇ ਮਹਾਂਪੁਰਖ ਨੇ ਉਹਨਾਂ ਦੇ ਮੱਥੇ ਦੇ ਅੰਦਰ, ਭਾਵ ਉਹਨਾਂ ਦੇ ਅੰਦਰਲੇ ਪਾਸੇ ਜਿਹੜਾ 10ਵਾਂ ਦੁਆਰ ਹੈ ਉਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਪ੍ਰਗਟ ਹੋ ਜਾਂਦੇ ਹਨ। ਨਾਨਕ ਉਦਰੇ ਤਿਨ ਕੈ ਸਾਥੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਐਸੇ ਮਹਾਂਪੁਰਖਾਂ ਦੀ ਸੰਗਤ ਕਰਨ ਵਾਲੇ ਵੀ ਉਹਨਾਂ ਦੇ ਨਾਲ ਉਧਰ ਜਾਂਦੇ ਹਨ। ਸਰਨ ਜੋਗ ਸੁਨ ਸਰਨੀ ਆਏ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸ਼ਰਨ ਯੋਗ ਸੁਣ ਕੇ ਵੀ ਉਹ ਸ਼ਰਨ ਆਇਆਂ ਦੀ ਰੱਖਿਆ ਕਰਨ ਵਾਸਤੇ ਸਮਰੱਥ ਹੈ। ਜਿਵੇਂ ਆਮ ਤੌਰ ਤੇ ਸ਼ੇਰ ਨੂੰ ਜੰਗਲ ਦਾ ਬਾਦਸ਼ਾਹ ਮੰਨਿਆ ਜਾਂਦਾ, ਕਹਿੰਦੇ ਨੇ ਜਿਹੜਾ ਜੀਵ ਸ਼ੇਰ ਦੀ ਸ਼ਰਨ ਵਿੱਚ ਚਲਿਆ ਜਾਵੇ ਉਹਨੂੰ ਕਿਸੇ ਹੋਰ ਜਾਨਵਰ ਦਾ ਡਰ ਪੈ ਨਹੀਂ ਰਹਿੰਦਾ। ਜਿਵੇਂ ਬਾਣੀ ਵਿੱਚ ਵੀ ਇਹ ਪੰਕਤੀ ਆਈ ਹੈ, ਸਿੰਘ ਸਰਨ ਕਥ ਜਾਈਐ ਜੋ ਜੰਬਕ ਗ੍ਰਸ ਹੈ। ਸਿੰਘ ਦਾ ਅਰਥ ਹੈ ਸ਼ੇਰ, ਬਈ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਹੋਇਆ। ਜੰਬਕ ਦਾ ਅਰਥ ਹੈ ਗਿੱਦੜ, ਜੇ ਗਿੱਦੜ ਹੀ ਰਸਤੇ ਵਿੱਚ ਸਾਨੂੰ ਪਕੜ ਲੈਣ। ਇਹਦਾ ਮਤਲਬ ਇਹ ਹੈ ਵੀ ਜਦੋਂ ਕੋਈ ਵਾਹਿਗੁਰੂ ਦੀ ਸ਼ਰਨ ਵਿੱਚ ਚਲਿਆ ਜਾਂਦਾ ਹੈ ਤੇ ਫਿਰ ਉਹਨੂੰ ਜਿਹੜੇ ਆ ਜਮਦੂਤ ਤੇ ਗਿੱਦੜ ਨੇ, ਡਰਪੋਕ ਨੇ, ਇਹ ਉਹਨਾਂ ਦੇ ਨੇੜੇ ਨਹੀਂ ਆ ਸਕਦੇ, ਉਹ ਨਹੀਂ ਹੱਥ ਲਾ ਸਕਦੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਉਸ ਵਾਹਿਗੁਰੂ ਨੂੰ ਸ਼ਰਨ ਯੋਗ, ਵੀ ਸ਼ਰਨ ਆਇਆਂ ਦੀ ਰੱਖਿਆ ਕਰਨ ਲਈ ਸਮਰੱਥ ਹੈ। ਇਉਂ ਸ਼ਰਨ ਯੋਗ ਸੁਣ ਕੇ ਅਸੀਂ ਉਹਦੀ ਸ਼ਰਨ ਵਿੱਚ ਆ ਗਏ। ਕਰ ਕਿਰਪਾ ਪ੍ਰਭ ਆਪ ਮਿਲਾਏ, ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਜੋ ਮਹਾਨ ਦਿਆਲੂ ਕਿਰਪਾਲੂ ਹੈ, ਉਸਨੇ ਕਿਰਪਾ ਕਰਕੇ ਤੇ ਸਾਨੂੰ ਆਪਣੇ ਨਾਲ ਮਿਲਾ ਲਿਆ ਹੈ। ਜਿਵੇਂ ਜਿਹੜੀ ਨਦੀ ਯਾਤਰਾ ਕਰਕੇ ਸਮੁੰਦਰ ਦੇ ਤੱਟ ਤੇ ਪਹੁੰਚ ਜਾਂਦੀ ਹੈ ਤੇ ਫਿਰ ਸਮੁੰਦਰ ਦਾ ਪਾਣੀ ਉਹਦੇ ਸਵਾਗਤ ਲਈ ਅੱਗੇ ਆ ਜਾਂਦਾ ਹੈ। ਤੁਸੀਂ ਧਿਆਨ ਦੇ ਨਾਲ ਦੇਖੋ,
ਜਿੱਥੇ ਜਾ ਕੇ ਗੰਗਾ ਸਾਗਰ ਦੇ ਵਿੱਚ ਲੀਨ ਹੁੰਦੀ ਹੈ ਨਾ, ਉਧਰ ਕਲਕੱਤੇ ਦੇ ਨੇੜੇ ਅਸਥਾਨ ਹੈ। ਤੁਸੀਂ ਉੱਥੇ ਅਨੁਭਵ ਕਰੋਗੇ ਜਦੋਂ ਗੰਗਾ ਸਮੁੰਦਰ ਦੇ ਵਿੱਚ ਜਾਂਦੀ ਹੈ ਤੇ ਉਸ ਵੇਲੇ ਸਮੁੰਦਰ ਮਾਨੋ ਉਹਦੀ ਇੰਤਜ਼ਾਰ ਕਰ ਰਿਹਾ ਹੁੰਦਾ, ਤੇ ਜਦੋਂ ਉਹ ਗੰਗਾ ਉਹਦੇ ਵਿੱਚ ਪ੍ਰਵੇਸ਼ ਹੁੰਦੀ ਹੈ ਤੇ ਉਹ ਆਪਣੇ ਅੰਦਰ ਹੀ ਉਹਨੂੰ ਲੀਨ ਕਰ ਲੈਂਦਾ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਉਹ ਸ਼ਰਨਯੋਗ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਐਨ ਉਸ ਵਾਹਿਗੁਰੂ ਪਰਮੇਸ਼ਰ ਦੇ ਨਜ਼ਦੀਕ ਪਹੁੰਚ ਜਾਂਦੇ ਨੇ, ਤੇ ਫਿਰ ਵਾਹਿਗੁਰੂ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਮਿਟ ਗਏ ਬੈਰ ਭਏ ਸਭ ਰੇਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਹਨਾਂ ਗੁਰਮੁਖਾਂ ਦਾ ਜੀਵਨ ਐਸਾ ਬਣ ਜਾਂਦਾ ਹੈ, ਮਿਟ ਗਏ ਬੈਰ ਭਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਣ। ਇਹਨਾਂ ਦੋਨਾਂ ਪੰਕਤੀਆਂ ਦੇ ਅਰਥ ਇਕੱਠੇ ਲੱਗਣਗੇ। ਹਜ਼ੂਰ ਕਹਿੰਦੇ ਨੇ, ਉਹ ਗੁਰਮੁਖ ਪਿਆਰੇ ਸਾਧ ਸੰਗਤ ਵਿੱਚ ਬੈਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਲੈਂਦੇ ਨੇ। ਭਾਵ ਸਾਧ ਸੰਗਤ ਵਿੱਚ ਬੈਠ ਕੇ ਉਸ ਪ੍ਰਭੂ ਦਾ ਨਾਮ ਸਿਮਰਨ ਕਰਦੇ ਹਨ। ਇਹਦਾ ਸਦਕਾ ਮਿਟ ਗਏ ਬੈਰ ਭਏ ਸਭ ਰੇਨ। ਉਹਨਾਂ ਦੇ ਮਨ ਦੇ ਵਿੱਚੋਂ ਵੈਰ ਭਾਵ ਨਾਸ ਹੋ ਜਾਂਦੇ ਨੇ, ਉਹਨਾਂ ਦੇ ਮਨ ਦੇ ਵਿੱਚੋਂ ਈਰਖਾ ਤੇ ਦੁਸ਼ਮਣੀ ਦੇ ਭਾਵ ਨਿਕਲ ਜਾਂਦੇ ਨੇ। ਭਏ ਸਭ ਰੇਨ, ਫਿਰ ਉਹ ਸਭ ਦੇ ਚਰਨਾਂ ਦੀ ਧੂੜ ਬਣ ਜਾਂਦੇ ਨੇ। ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਸਾਨੂੰ ਇਹ ਸਿੱਖਿਆ ਬਖਸ਼ੀ ਹੈ, ਜਦੋਂ ਮਨੁੱਖ ਕਿਸੇ ਬਾਰੇ ਬੁਰਾ ਸੋਚਦਾ ਹੈ ਨਾ, ਤੇ ਉਸੇ ਵੇਲੇ ਉਸ ਦੇ ਮਨ ਨੂੰ ਵੀ ਇਸ ਗੱਲ ਦਾ ਅਹਿਸਾਸ ਹੁੰਦਾ ਹੈ। ਸੰਸਾਰ ਇੱਕ ਸ਼ੀਸ਼ਾ ਹੈ, ਤੁਸੀਂ ਕਿਸੇ ਵੱਲ ਵੀ ਪਿਆਰ ਦੀ ਦ੍ਰਿਸ਼ਟੀ ਨਾਲ ਤੱਕੋ ਤਾਂ ਵੀ ਉਸ ਨੂੰ ਮਹਿਸੂਸ ਹੋਵੇਗਾ। ਜਦੋਂ ਤੁਸੀਂ ਈਰਖਾ ਤੇ ਦਵੇਸ਼ ਦੀ ਦ੍ਰਿਸ਼ਟੀ ਨਾਲ ਵੇਖੋਗੇ ਫਿਰ ਵੀ ਉਸ ਨੂੰ ਪਤਾ ਲੱਗ ਜਾਵੇਗਾ। ਸਾਡੇ ਸਰੀਰ ਦੇ ਹੋਰ ਅੰਗ ਵੀ ਬੜੇ ਕੀਮਤੀ ਨੇ, ਪਰ ਜਿਹੜੀਆਂ ਮਨੁੱਖ ਦੀਆਂ ਅੱਖਾਂ ਨੇ ਉਹ ਉਸ ਕੁਦਰਤ ਨੇ ਐਸੀਆਂ ਬਣਾਈਆਂ ਹੋਈਆਂ ਨੇ, ਮਨੁੱਖ ਜ਼ੁਬਾਨ ਤੋਂ ਝੂਠ ਬੋਲ ਸਕਦਾ ਹੈ ਪਰ ਉਹਦੀਆਂ ਅੱਖਾਂ ਨਹੀਂ ਝੂਠ ਬੋਲ ਸਕਦੀਆਂ। ਜਿਹੜਾ ਪਿਆਰ ਤੇ ਦੁਸ਼ਮਣੀ ਦਾ ਭਾਵ ਜ਼ੁਬਾਨ ਤੋਂ ਨਹੀਂ ਅੱਖਾਂ ਤੋਂ ਪ੍ਰਗਟ ਹੁੰਦਾ, ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਇਹ ਅੱਖਾਂ ਐਸੀ ਵਾਹਿਗੁਰੂ ਨੇ ਦਾਤ ਬਣਾਈ ਹੈ, ਇੱਕ ਐਸਾ ਅੰਗ ਬਣਾਇਆ ਹੈ, ਉਹ ਹਰ ਮਨੁੱਖ ਦੀ ਅੰਦਰਲੀ ਤਸਵੀਰ ਨੂੰ ਪੇਸ਼ ਕਰ ਦਿੰਦੀਆਂ। ਮਨੁੱਖ ਆਪਣੀ ਅੰਦਰਲੀ ਭਾਵਨਾ ਨੂੰ ਛੁਪਾ ਨਹੀਂ ਸਕਦਾ, ਜੇ ਛੁਪਾਵੇਗਾ ਤੇ ਉਹਦੀਆਂ ਅੱਖਾਂ ਜ਼ਰੂਰ ਦੱਸ ਦੇਣਗੀਆਂ। ਇਸੇ ਲਈ ਹੁਣ ਅੱਖਾਂ ਦੀਆਂ ਤਸਵੀਰਾਂ ਵੀ ਲੈ ਰਹੇ ਨੇ, ਵੀ ਅੱਖਾਂ ਦੀ ਜਿਹੜੀ ਤਸਵੀਰ ਹੈ ਉਸ ਤੋਂ ਪਤਾ ਲੱਗਦਾ ਹੈ ਵੀ ਮਨੁੱਖ ਦੇ ਅੰਦਰ ਦੀ ਭਾਵਨਾ ਕੀ ਹੈ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਸਾਧ ਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਜਪਦੇ ਨੇ, ਫਿਰ ਉਹਨਾਂ ਦੇ ਮਨ ਦੇ ਵਿੱਚੋਂ ਵੈਰ ਭਾਵ ਮਿਟ ਗਏ ਤੇ ਸਭ ਦੇ ਚਰਨਾਂ ਦੀ ਧੂੜ ਬਣ ਗਏ ਹਨ। ਸੋ ਪ੍ਰਸੰਨ ਭਏ ਗੁਰਦੇਵ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਗੁਰਦੇਵ ਜੀ ਭਾਵ ਪੂਜਨੀਕ ਸਤਿਗੁਰੂ, ਗੁਰੂਆਂ ਦੇ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਤੇ ਸੋ ਪ੍ਰਸੰਨ ਪਏ। ਸੋ ਪ੍ਰਸੰਨ ਪਾਠ ਇਕੱਠਾ ਹੀ ਹੈ, ਇਹਦਾ ਮਤਲਬ ਚੰਗੀ ਤਰ੍ਹਾਂ ਜਦੋਂ ਸਤਿਗੁਰੂ ਮਹਾਰਾਜ ਪ੍ਰਸੰਨ ਹੋਏ। ਪੂਰਨ ਹੋਈ ਸੇਵਕ ਕੀ ਸੇਵਾ। ਤੇ ਫਿਰ ਬਈ ਸੇਵਕ ਦੀ ਕੀਤੀ ਹੋਈ ਸੇਵਾ ਵੀ ਸੰਪੂਰਨ ਹੋ ਗਈ। ਜਿਵੇਂ ਭਾਈ ਲਹਿਣੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਮਨੋ ਤਨੋਂ ਸੇਵਾ ਕੀਤੀ। ਜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦਿਨ ਨੂੰ ਰਾਤ ਕਹਿ ਦਿੱਤਾ, ਰਾਤ ਨੂੰ ਦਿਨ ਕਹਿ ਦਿੱਤਾ, ਤੇ ਭਾਈ ਲਹਿਣੇ ਨੇ ਸਤ ਬਚਨ ਕਹਿ ਕੇ ਪ੍ਰਵਾਨ ਕੀਤਾ। ਜੇ ਸਤਿਗੁਰੂ ਨੇ ਕੋਈ ਵੀ ਬਚਨ ਕੀਤਾ, ਭਾਈ ਲਹਿਣੇ ਨੇ ਉਸ ਨੂੰ ਕਦੇ ਵੀ ਜਵਾਬ ਨਹੀਂ ਦਿੱਤਾ, ਕਦੇ ਵੀ ਅਸਵੀਕਾਰ ਨਹੀਂ ਕੀਤਾ। ਜੋ ਸਤਿਗੁਰੂ ਨੇ ਬਚਨ ਕੀਤਾ ਉਹਨੂੰ ਪ੍ਰਵਾਨ ਕਰਦੇ ਰਹੇ। ਤੇ ਫਿਰ ਅਖੀਰ ਤੇ ਹੋਇਆ ਕਿ ਜਦੋਂ ਸਤਿਗੁਰੂ ਮਹਾਰਾਜ ਨੇ ਅਖੀਰਲੀ ਪਰਖ ਕੀਤੀ ਤਾਂ ਕਹਿੰਦੇ ਨੇ, ਸਤਿਗੁਰੂ ਮਹਾਰਾਜ ਭਾਈ ਲਹਿਣੇ ਨੂੰ ਕਹਿਣ ਲੱਗੇ, ਮੁਰਦਾ ਖਾਣਾ ਪਵੇਗਾ। ਕਿੱਡੀ ਬੇਖਮ ਪ੍ਰੀਖਿਆ ਸੀ, ਕਿੰਨਾ ਵੱਡਾ ਇਮਤਿਹਾਨ ਸੀ। ਤੇ ਪਰ ਭਾਈ ਲਹਿਣਾ ਉਸ ਵੇਲੇ ਵੀ ਸਤਿਗੁਰੂ ਦੇ ਹੁਕਮ ਮੰਨਣ ਦੇ ਵਿੱਚ ਤਿਆਰ ਬਰਤਿਆਰ ਸੀ। ਬਾਕੀ ਬ੍ਰਹਮ ਗਿਆਨੀ ਵੀ ਲੁਕ ਗਏ। ਹੈਰਾਨੀ ਦੀ ਗੱਲ ਹੈ, ਬ੍ਰਹਮ ਗਿਆਨੀ ਨੂੰ ਆਪ ਪਰਮੇਸ਼ਰ ਲਿਖਿਆ, ਪਰ ਬ੍ਰਹਮ ਗਿਆਨੀਆਂ ਦੇ ਮਨ ਦੇ ਵਿੱਚ ਵੀ ਭੁਲੇਖੇ ਪੈਦਾ ਹੋ ਗਏ। ਪਰ ਕੇਵਲ ਭਾਈ ਲਹਿਣਾ ਉਤਰਿਆ ਜਿਹਦੇ ਅੰਦਰ ਗੁਰੂ ਨਾਨਕ ਵਸ ਰਿਹਾ ਸੀ। ਭਾਈ ਲਹਿਣੇ ਨੇ ਉਸ ਵੇਲੇ ਮੁਰਦਾ ਖਾਣ ਦੇ ਲਈ ਵੀ ਸਤਿਗੁਰੂ ਦਾ ਬਚਨ ਪ੍ਰਵਾਨ ਕੀਤਾ। ਪਰ ਕਹਿੰਦੇ ਨੇ ਜਦੋਂ ਭਾਈ ਲਹਿਣੇ ਨੇ
ਮੁਰਦਾ ਖਾਣ ਦੇ ਲਈ ਕਪੜਾ ਉਤਾਰਿਆ ਤਾਂ ਉਥੋਂ ਕੀ ਨਜ਼ਰ ਆਇਆ? ਸਾਖੀਕਾਰ ਲਿਖਦਾ ਹੈ ਉੱਥੇ ਫਿਰ ਉਹ ਪ੍ਰਸ਼ਾਦ ਸੀ, 3 ਮੀਲ ਦਾ ਕੜਾ ਪ੍ਰਸ਼ਾਦ ਉਸ ਨੂੰ ਪ੍ਰਾਪਤ ਹੋਇਆ। ਜਦੋਂ ਮੁਰਦੇ ਤੋਂ ਕਪੜਾ ਉਤਾਰਿਆ ਵਿੱਚੋਂ ਪ੍ਰਸ਼ਾਦ, ਕੜਾ ਪ੍ਰਸ਼ਾਦ ਉਸ ਨੂੰ ਨਜ਼ਰ ਆਇਆ। ਇਹਦਾ ਮਤਲਬ ਇਹ ਹੈ ਜਦੋਂ ਆਦਮੀ ਗੁਰੂ ਦੇ ਸਾਹਮਣੇ ਮੁਰਦਾ ਬਣ ਜਾਂਦਾ ਹੈ, ਮੁਰਦਾ ਖਾਣਾ ਪ੍ਰਵਾਨ ਕਰਨ ਤੋਂ ਮੁਰਾਦ ਹੈ ਮੁਰਦਾ ਬਣ ਜਾਂਦਾ ਹੈ, ਆਪਣੇ ਮਨ ਦੇ ਸੰਕਲਪ ਵਿਕਲਪ ਸਾਰੇ ਮਿਟਾ ਕੇ ਤੇ ਗੁਰੂ ਦਾ ਹੀ ਬਣ ਜਾਂਦਾ ਹੈ, ਤੇ ਫਿਰ ਪ੍ਰਸਾਦ, ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਤੇ ਫਿਰ ਕੀ ਹੋਇਆ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣੇ ਨੂੰ ਆਖਿਆ, ਭਾਈ ਲਹਿਣਿਆ ਤੇਰੀ ਸੇਵਾ ਪ੍ਰਵਾਨ ਹੈ, ਹੁਣ ਮੰਗ ਜੋ ਮੰਗਣਾ। ਤਾਂ ਉਸ ਵੇਲੇ ਭਾਈ ਲਹਿਣੇ ਨੇ ਕੀ ਆਖਿਆ ਸੀ? ਕਹਿਣ ਲੱਗਾ, ਸੱਚੇ ਪਾਤਸ਼ਾਹ ਬਾਕੀ ਸਿੱਖਾਂ ਦੇ ਤਾਂ ਘਰ ਕਾਟ ਸਨ, ਪਰਿਵਾਰ ਸਨ, ਉਹ ਤੇ ਵਾਪਸ ਚਲੇ ਗਏ ਨੇ ਜਾਂ ਇੱਧਰ ਉੱਧਰ ਖਿਸਕ ਗਏ ਨੇ, ਪਰ ਮੇਰੇ ਲਈ ਤਾਂ ਆਪ ਜੀ ਦੇ ਚਰਨਾਂ ਤੋਂ ਬਿਨਾਂ ਕੋਈ ਥਾਂ ਹੀ ਨਹੀਂ ਹੈ। ਮੇਰੀ ਤਾਂ ਇੱਕੋ ਹੀ ਜੋਦੜੀ ਹੈ, ਇੱਕੋ ਹੀ ਅਰਦਾਸ ਬੇਨਤੀ ਹੈ, ਬਸ ਮੈਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੇਹਰਾਂ ਦੇ ਘਰ ਆਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਸੋ ਪ੍ਰਸੰਨ ਪਏ ਗੁਰਦੇਵ, ਪੂਰਨ ਹੋਈ ਸੇਵਾ ਕੀ ਸੇਵ। ਕਹਿਣ ਲੱਗੇ, ਭਾਈ ਲੈਣਿਆ ਮੈਂ ਵੀ ਤੇ ਥਾਂ ਹੀ ਭਾਲਦਾ ਫਿਰਦਾ ਸੀ, ਜੇ ਤੂੰ ਕਹਿਣਾ ਮੇਰੇ ਰਹਿਣ ਦੇ ਲਈ ਕੋਈ ਹੋਰ ਟਿਕਾਣਾ ਨਹੀਂ ਤੇ ਮੈਂ ਵੀ ਤੇ ਇਹੀ ਗੱਲ ਹੀ ਭਾਲਦਾ ਫਿਰਦਾ ਸੀ। ਜੇ ਤੂੰ ਗੁਰੂ ਦੇ ਚਰਨਾਂ ਦੇ ਵਿੱਚ ਨਿਵਾਸ ਮੰਗਦਾ ਹੈ ਤੇ ਹੁਣ ਗੁਰੂ ਤੇਰੇ ਹਿਰਦੇ ਵਿੱਚ ਨਿਵਾਸ ਕਰੇਗਾ। ਇਹ ਬਚਨ ਕਹਿ ਕੇ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਭਾਈ ਲਹਿਣੇ ਨੂੰ ਗੁਰੂ ਅੰਗਦ ਦੇਵ ਬਣਾ ਦਿੱਤਾ, ਆਪਣਾ ਰੂਪ ਕਰ ਲਿਆ। ਇਹ ਹੈ ਪੂਰਨ ਹੋਈ ਸੇਵਾ ਕੀ ਸੇਵ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਭਲੀ ਤਰ੍ਹਾਂ ਪ੍ਰਸੰਨ ਹੋਏ, ਫਿਰ ਸੇਵਕ ਦੀ ਕੀਤੀ ਸੇਵਾ ਸੰਪੂਰਨ ਹੋ ਗਈ, ਸਫਲ ਹੋ ਗਈ। ਆਲ ਜੰਜਾਲ ਬਿਕਾਰ ਤੇ ਰਹਤੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰਾਮ ਨਾਮ ਸੁਨ ਰਸਨਾ ਕਹਤੇ। ਇਹ ਵੀ ਦੋਵਾਂ ਪੰਕਤੀਆਂ ਦੇ ਅਰਥ ਇਕੱਠੇ ਲੱਗਣਗੇ ਵੀ ਆਲ ਜੰਜਾਲ ਬੇਕਾਰ ਤੇ ਰਹਤੇ, ਰਾਮ ਨਾਮ ਸੁਨ ਰਸਨਾ ਕਹਤੇ। ਵੀ ਜਿਹੜੇ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਕੰਨਾਂ ਰਾਹੀਂ ਸੁਣਦੇ ਨੇ ਤੇ ਰਸਨਾ ਦੁਆਰਾ ਕਹਤੇ ਉਚਾਰਨ ਕਰਦੇ ਹਨ। ਆਲ ਜੰਜਾਲ, ਆਲ ਦਾ ਅਰਥ ਹੈ ਸੰਪੂਰਨ, ਸਾਰੇ ਜਿੰਨੇ ਜੰਜਾਲ ਨੇ, ਮਾਇਆ ਦੇ ਧੰਦੇ ਨੇ ਤੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਉਹ ਇਹਨਾਂ ਤੋਂ ਵੀ ਰਹਿਤ ਹੋ ਜਾਂਦੇ ਨੇ। ਭਾਵ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਨੂੰ ਕੰਨਾਂ ਰਾਹੀਂ ਸੁਣਦੇ ਨੇ, ਰਸਨਾ ਤੋਂ ਜਪਦੇ ਨੇ, ਉਹ ਸਾਰੇ ਧੰਦਿਆਂ ਤੋਂ ਵੀ ਮੁਕਤ ਹੋ ਜਾਂਦੇ ਨੇ ਤੇ ਸਾਰੇ ਵਿਕਾਰਾਂ ਤੋਂ ਵੀ ਆਜ਼ਾਦ ਹੋ ਜਾਂਦੇ ਹਨ। ਕਰ ਪ੍ਰਸਾਦ ਦਇਆ ਪ੍ਰਭ ਧਾਰੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਰ ਪ੍ਰਸਾਦ ਸਾਡੇ ਤੇ ਕਿਰਪਾ ਕਰਕੇ, ਪ੍ਰਸਾਦ ਦਾ ਅਰਥ ਹੈ ਕਿਰਪਾ, ਉਸ ਵਾਹਿਗੁਰੂ ਨੇ ਕਿਰਪਾ ਕਰਕੇ ਦਇਆ ਪ੍ਰਭ ਧਾਰੀ, ਸਾਡੇ ਤੇ ਦਇਆ ਧਾਰਨ ਕੀਤੀ। ਨਾਨਕ ਨਿਭੀ ਖੇਪ ਹਮਾਰੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਡੀ ਜਿਹੜੀ ਖੇਪ ਸੀ, ਖੇਪ ਦਾ ਅਰਥ ਹੈ ਪੂੰਜੀ, ਉਹ ਪੂੰਜੀ ਕਿਹੜੀ ਸੀ? ਨਾਮ ਦੀ। ਜਿਹੜੀ ਸਾਡੀ ਨਾਮ ਦੀ ਪੂੰਜੀ ਸੀ ਗੁਰੂ ਦੇ ਪਾਸੋਂ ਲਈ, ਉਹ ਸਾਡੀ ਨਿਭ ਗਈ। ਭਾਵ ਉਹ ਸਾਨੂੰ ਹਮੇਸ਼ਾ ਲਈ ਪ੍ਰਾਪਤ ਹੋ ਗਈ ਤੇ ਹੁਣ ਉਹ ਸਾਡੀ ਸਿਰ ਤੋੜ ਨਿਭ ਗਈ ਹੈ। ਹੁਣ ਉਹ ਨਾਮ ਲੋਕ ਤੇ ਪ੍ਰਲੋਕ ਵਿੱਚ ਸਾਡੇ ਨਾਲ ਰਹੇਗਾ। ਪ੍ਰਭ ਕੀ ਉਸਤਤ ਕਰਹੁ ਸੰਤ ਮੀਤ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਫਿਰ ਉਪਦੇਸ਼ ਦਿੰਦੇ ਹਨ ਕਿ ਐ ਸੰਤ ਮਿੱਤਰੋ, ਇੱਥੇ ਹੁਣ ਗੁਰਮੁਖਾਂ ਨੂੰ ਹੋਰਾਂ ਨੂੰ ਸੰਬੋਧਨ ਕਰਕੇ ਕਿਹਾ ਹੈ ਵੀ ਐ ਸਾਡੇ ਸੰਤ ਮਿੱਤਰੋ, ਤੁਸੀਂ ਮਿਲ ਕੇ ਵਾਹਿਗੁਰੂ ਦੀ ਉਸਤਤ ਕਰੋ। ਸਾਵਧਾਨ ਏਕਾਗਰ ਚੀਤ। ਤੇ ਕਿਵੇਂ ਕਰੀਏ? ਸਤਿਗੁਰੂ ਕਹਿੰਦੇ ਐਨ ਸਰੀਰ ਨੂੰ ਸਾਵਧਾਨ ਕਰਕੇ ਤੇ ਚਿੱਤ ਨੂੰ ਇਕਾਗਰ ਕਰਕੇ ਵਾਹਿਗੁਰੂ ਦੀ ਉਸਤਤ ਕਰੋ। ਇਹਦਾ ਮਤਲਬ ਇਹ ਹੈ ਜਦੋਂ ਬਾਣੀ ਪੜ੍ਹਨੀ ਹੈ, ਸਿਮਰਨ ਕਰਨਾ ਹੈ, ਤਾਂ ਉਸ ਵੇਲੇ ਸਰੀਰ ਵੀ ਸਾਵਧਾਨ ਹੋਵੇ, ਚਿੱਤ ਵੀ ਇਕਾਗਰ ਹੋਵੇ ਤੇ ਫਿਰ ਬਾਣੀ ਪੜ੍ਹੀ ਦਾ, ਸਿਮਰਨ ਕੀਤੇ ਦਾ ਪੂਰਨ ਲਾਭ ਪ੍ਰਾਪਤ ਹੁੰਦਾ ਹੈ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜੀ ਸੁਖਮਨੀ ਬਾਣੀ ਹੈ ਸੁਖਾਂ ਦੀ ਮਣੀ ਹੈ, ਔਰ ਇਹਦੇ ਵਿੱਚ ਵੀ ਸਹਿਜ ਸ਼ਾਂਤੀ ਵੀ ਹੈ
ਤੇ ਗੋਬਿੰਦ ਗੁਣ ਨਾਮ ਉਸ ਗੋਬਿੰਦ ਦੇ ਗੁਣ ਤੇ ਵਾਹਿਗੁਰੂ ਦਾ ਨਾਮ ਵੀ ਇਹਦੇ ਵਿੱਚ ਸੰਜੋਇਆ ਹੋਇਆ ਹੈ। ਜਿਸ ਮਨ ਵਸੈ ਸੋ ਹੋਤ ਨਿਧਾਨ। ਲੋ ਜਿਸ ਦੇ ਮਨ ਦੇ ਵਿੱਚ ਸੁਖਮਨੀ ਸਾਹਿਬ ਬਾਣੀ ਦਾ ਭਾਵ ਵਸ ਜਾਂਦਾ ਹੈ ਸੋ ਹੋਤ ਨਿਧਾਨ ਵੀ ਉਸ ਨੂੰ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ। ਸਰਬ ਇੱਛਾ ਤਾਂ ਕੀ ਪੂਰਨ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਸ ਮਨੁੱਖ ਦੀਆਂ ਸਾਰੀਆਂ ਹੀ ਇੱਛਾਵਾਂ ਸਾਰੀਆਂ ਹੀ ਕਾਮਨਾਵਾਂ ਸੰਪੂਰਨ ਹੋ ਜਾਂਦੀਆਂ ਹਨ। ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਤੇ ਫਿਰ ਉਹ ਸਾਰਿਆਂ ਤੋਂ ਪ੍ਰਧਾਨ ਪੁਰਖ ਬਣ ਜਾਂਦਾ ਹੈ। ਭਾਵ ਸਾਰਿਆਂ ਦਾ ਆਗੂ ਧਾਰਮਿਕ ਆਗੂ ਬਣ ਜਾਂਦਾ ਹੈ। ਪ੍ਰਧਾਨ ਪੁਰਖ ਉਹ ਸਾਰਿਆਂ ਤੋਂ ਮੁਖੀ ਸਾਰਿਆਂ ਤੋਂ ਸ੍ਰੇਸ਼ਟ ਬਣ ਜਾਂਦਾ ਹੈ। ਪ੍ਰਗਟ ਸਭ ਲੋਏ ਤੇ ਸਾਰੇ ਲੋਕਾਂ ਵਿੱਚ ਵੀ ਪ੍ਰਗਟ ਹੋ ਜਾਂਦਾ ਹੈ। ਸਭ ਤੇ ਊਚ ਪਾਏ ਅਸਥਾਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਗੁਰਸਿੱਖ ਮਾਈ ਭਾਈ ਦੇ ਹਿਰਦੇ ਵਿੱਚ ਸੁਖਮਨੀ ਦਾ ਉਪਦੇਸ਼ ਵਸ ਜਾਵੇ ਤੇ ਫਿਰ ਸਭ ਤੋਂ ਉੱਚਾ ਅਸਥਾਨ ਉਹ ਪ੍ਰਾਪਤ ਕਰ ਲੈਂਦਾ ਹੈ। ਬਾਹਰ ਨਾ ਹੋਵੇ ਆਵਨ ਜਾਨ। ਸਭ ਤੋਂ ਉੱਚਾ ਸਥਾਨ ਹੈ ਕਿ ਉਹ ਹੈ ਤੁਰਿਆ ਅਵਸਥਾ ਚੌਥਾ ਪਦ ਆਤਮਕ ਅਡੋਲ ਅਵਸਥਾ। ਜਦੋਂ ਉਹ ਪ੍ਰਾਪਤ ਹੋ ਜਾਵੇ ਬਾਹਰ ਨਾ ਹੋਵੇ ਆਵਨ ਜਾਨ ਫਿਰ ਦੁਬਾਰਾ ਮੁੜ ਕੇ ਆਉਣ ਜਾਣ ਨਹੀਂ ਹੁੰਦਾ। ਭਾਵ ਜਿਹੜਾ ਸਾਡਾ ਜਨਮ ਮਰਨ ਦਾ ਗੇੜ ਉਹ ਮੁੱਕ ਜਾਂਦਾ ਹੈ। ਹਰ ਧਨ ਖਾਟ ਚਲੈ ਜਨ ਸੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਵਾਹਿਗੁਰੂ ਦੇ ਨਾਮ ਧਨ ਨੂੰ ਖੱਟ ਕੇ ਉਹੀ ਜਨ ਉਹੀ ਗੁਰਮੁਖ ਪਿਆਰਾ ਅੱਗੇ ਪ੍ਰਲੋਕ ਨੂੰ ਜਾਂਦਾ ਹੈ। ਨਾਨਕ ਜਿਸ ਹੈ ਪ੍ਰਾਪਤ ਹੋਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਨੂੰ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੋ ਜਾਵੇ ਤੇ ਫਿਰ ਉਹੀ ਇਹ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਖੱਟ ਕੇ ਅੱਗੇ ਪ੍ਰਲੋਕ ਵਿੱਚ ਲੈ ਜਾਂਦਾ ਹੈ। ਖੇਮ ਸਾਤ ਰਿੱਧ ਨਵ ਨਿਧ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਅਖੀਰਲੀਆਂ ਪੰਕਤੀਆਂ ਤੋਂ ਇਹਦਾ ਅਰਥ ਸਪਸ਼ਟ ਹੋਵੇਗਾ। ਜੋ ਇਸ ਪੌੜੀ ਦੀਆਂ ਅਖੀਰਲੀਆਂ ਪੰਕਤੀਆਂ ਨੇ ਇਹ ਫਲ ਤਿਸ ਜਨ ਕੈ ਮੁਖ ਪਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਇਹ ਫਲ ਜੋ ਇਸ ਪੌੜੀ ਵਿੱਚ ਉੱਪਰ ਬਿਆਨ ਕੀਤੇ ਨੇ ਜਿਨ੍ਹਾਂ ਦੀ ਵਿਚਾਰ ਤੁਸਾਂ ਸਰਵਣ ਕਰਨੀ ਹੈ ਇਹ ਸਾਰੇ ਫਲ ਉਸ ਜਨ ਨੂੰ ਪ੍ਰਾਪਤ ਹੁੰਦੇ ਨੇ ਮੁਖ ਪਣੇ ਜਿਹੜਾ ਆਪਣੇ ਮੁਖ ਤੋਂ ਨਾਮ ਨੂੰ ਉਚਾਰਨ ਕਰਦਾ ਹੈ। ਤੇ ਇਸ ਦੇ ਨਾਲ ਹੀ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਵੀ ਜਿਹੜਾ ਗੁਰੂ ਦੇ ਨਾਮ ਨੂੰ ਤੇ ਗੁਰੂ ਦੇ ਬਚਨਾਂ ਨੂੰ ਮਨ ਸੁਣੇ ਮਨ ਦੇ ਨਾਲ ਸੁਣਦਾ ਹੈ ਪਾ ਪੂਰੇ ਧਿਆਨ ਦੇ ਨਾਲ ਇਕਾਗਰਤਾ ਦੇ ਨਾਲ ਸੁਣਦਾ ਹੈ ਉਹਨੂੰ ਇਹ ਸਾਰੇ ਫਲ ਪ੍ਰਾਪਤ ਹੁੰਦੇ ਨੇ। ਕਿਹੜੇ ਕਿਹੜੇ ਫਲ ਲਓ ਹੁਣ ਉਹਨਾਂ ਦੀ ਵਿਚਾਰ ਸੁਣੋ। ਖੇਮ ਸ਼ਾਂਤ ਰਿੱਧ ਨਵ ਨਿਧ। ਖੇਮ ਦਾ ਅਰਥ ਹੈ ਸੁਰੱਖਿਆ ਹਿਫਾਜ਼ਤ ਤੇ ਸ਼ਾਂਤ ਆਤਮਕ ਸ਼ਾਂਤੀ ਤੇ ਰਿੱਧ ਇੱਕ ਐਸੀ ਸ਼ਕਤੀ ਦਾ ਨਾਮ ਹੈ। ਪੁਰਾਣੇ ਸਮੇਂ ਦੇ ਵਿੱਚ ਲੋਕ ਕੋਈ ਮੰਤਰ ਸਿੱਧੀ ਕੋਈ ਸ਼ਬਦ ਸਿੱਧੀ ਕਰਦੇ ਸਨ ਤੇ ਫਿਰ ਉਹ 5 ਅਕਸੇਰ ਅੰਨ ਲੈ ਕੇ ਤੇ ਉਸ ਦਾ ਭੋਜਨ ਭੰਡਾਰਾ ਤਿਆਰ ਕਰ ਲੈਂਦੇ ਉਹਦੇ ਉੱਤੇ ਕੱਪੜਾ ਪਾ ਕੇ ਤੇ ਉੱਥੇ ਬੈਠ ਕੇ ਉਸ ਸ਼ਬਦ ਦਾ ਪਾਠ ਕਰਦੇ। ਜਿਵੇਂ ਦੱਸਦੇ ਸਨ ਵੀ ਇੱਕ ਮਹਾਂਪੁਰਖ ਇਹਨਾਂ ਗੁਰਬਾਣੀ ਦੇ ਸ਼ਬਦਾਂ ਦਾ ਵੀ ਉਚਾਰਨ ਕਰਦੇ ਸਨ। ਤਿਚਰ ਮੂਲ ਨਾ ਥੋੜੀ ਦੋ ਜਿਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ। ਤੇ ਫਿਰ ਉਹ ਸੰਗਤਾਂ ਨੂੰ ਖੁੱਲ੍ਹਾ ਭੰਡਾਰਾ ਵਰਤਾਈ ਜਾਣਾ ਤੇ ਉਹਨੇ ਮੁੱਕਣਾ ਨਾ। ਇਹਨੂੰ ਰਿੱਧੀ ਕਹਿੰਦੇ ਨੇ। ਅੰਨ ਦੀ ਅਤੋੜਤਾ ਖੁੱਲ੍ਹੇ ਭੰਡਾਰੇ ਵਰਤਾਉਣੇ। ਹੁਣ ਕਈ ਮਹਾਂਪੁਰਖਾਂ ਦੀ ਅਸਥਾਨਾਂ ਤੇ 24 ਘੰਟੇ ਲੰਗਰ ਚੱਲਦੇ ਨੇ ਹੁਣ ਰਿੱਧੀ ਕਹਿੰਦੇ ਨੇ। ਹਾਜ਼ੂਰ ਕਹਿੰਦੇ ਨੇ ਤੇ ਨਵ ਨਿਧ ਜਿਹੜੀਆਂ 9 ਨਿਧੀਆਂ ਨੇ ਅਸਨ ਬਸਨ ਪੁਨ ਕਨਕ ਪੂ ਦਾਸੀ ਚੌਪ ਗੁਲਾਮ ਰਥਵਾਹੇ ਹਡਵਾਹੇ ਜਾਨੀਐ ਯਹ ਨਵਨਿਧ ਕੇ ਨਾਮ। ਇਹ ਸਾਰੇ ਫਲ ਉਸ ਨੂੰ ਇਹ ਪ੍ਰਾਪਤ ਹੁੰਦੇ ਹਨ ਜੋ ਗੁਰੂ ਦੇ ਬਚਨਾਂ ਨੂੰ ਤੇ ਗੁਰੂ ਦੇ ਨਾਮ ਨੂੰ ਮਨ ਦੇ ਨਾਲ ਪੂਰੀ ਇਕਾਗਰਤਾ ਤੇ ਧਿਆਨ ਦੇ ਨਾਲ ਸੁਣਦਾ ਹੈ। ਬੁੱਧ ਗਿਆਨ ਸਰਬ ਤਹਿ ਸਿੱਧ। ਤੇ ਉਹਨੂੰ ਆਤਮ ਵਿਸ਼ੈਣੀ ਬੁੱਧੀ ਵੀ ਪ੍ਰਾਪਤ ਹੋ ਜਾਂਦੀ ਹੈ ਤੇ ਯਥਾਰਥ ਗਿਆਨ ਪ੍ਰੋਖ ਤੇ ਉਪਰੋਕਸ਼ ਗਿਆਨ ਵੀ ਉਸ ਨੂੰ ਮਿਲ ਜਾਂਦਾ ਹੈ ਤੇ ਸਾਰੀਆਂ ਸਿੱਧੀਆਂ ਵੀ ਉੱਥੇ ਉਸ ਨੂੰ ਪ੍ਰਾਪਤ ਹੋ ਜਾਂਦੀਆਂ ਨੇ। ਜਿਵੇਂ ਇਹ ਰੂਹਾਨੀ ਸ਼ਕਤੀਆਂ ਨੂੰ ਸਿੱਧੀ ਆਖਿਆ ਹੈ। ਅਣਮਾ ਮਹਿਮਾ ਗਰਮਤਾ ਲਗਮਾ ਪ੍ਰਾਪਤ ਜਾਨ ਵਸੀ ਕਰਨ ਪੁਨੀਕਤਾ ਅਸ਼ਦ ਕੇ ਨਾਮ। ਇਹ 8 ਮੁੱਖ ਸਿੱਧੀਆਂ ਨੇ। ਬਾਕੀ ਇਹਨਾਂ ਦੀ ਗੌਣ ਸਿੱਧੀਆਂ 10 ਹੋਰ ਵੀ ਮੰਨੀਆਂ।
ਇਉਂ 18 ਸਿੱਧੀਆਂ ਮੁਕੰਮਲ ਨੇ, ਉਹ ਵੀ ਉਸ ਨੂੰ ਸਾਰੀਆਂ ਮਿਲ ਜਾਂਦੀਆਂ। ਵਿਦਿਆ ਤਪ ਜੋਗ ਪ੍ਰਭ ਧਿਆਨ। ਲਓ ਜਿਹੜੀ 64 ਪ੍ਰਕਾਰ ਦੀ ਵਿਦਿਆ ਹੈ ਉਹ ਵੀ ਉਸ ਨੂੰ ਮਿਲ ਜਾਂਦੀ ਹੈ, ਤੇ ਪੂਰਨ ਤਪ ਦਾ ਫਲ ਵੀ ਤੇ ਯੋਗ ਦਾ ਫਲ ਵੀ ਪ੍ਰਾਪਤ ਹੋ ਜਾਂਦਾ ਹੈ, ਤੇ ਪ੍ਰਭ ਧਿਆਨ ਤੇ ਵਾਹਿਗੁਰੂ ਦੇ ਵਿੱਚ ਉਸ ਦਾ ਧਿਆਨ ਜੁੜ ਜਾਂਦਾ ਹੈ। ਗਿਆਨ ਸ੍ਰੇਸ਼ਟ ਊਤਮ ਇਸਨਾਨ। ਤੇ ਜਿਹੜਾ ਉਸ ਵਾਹਿਗੁਰੂ ਦਾ ਸ੍ਰੇਸ਼ਟ ਗਿਆਨ ਹੈ ਜਿਹੜਾ ਬ੍ਰਹਮ ਗਿਆਨ, ਉਹਨੂੰ ਸ੍ਰੇਸ਼ਟ ਗਿਆਨ ਬ੍ਰਹਮ ਗਿਆਨ ਵੀ ਪ੍ਰਾਪਤ ਹੋ ਜਾਂਦਾ ਹੈ, ਤੇ ਸਭ ਤੋਂ ਉੱਤਮ ਇਸ਼ਨਾਨ ਵੀ ਪ੍ਰਾਪਤ ਹੋ ਜਾਂਦਾ ਹੈ। ਸਭ ਤੋਂ ਉੱਤਮ ਇਸ਼ਨਾਨ ਕਿਹੜਾ ਹੈ? ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਸਭ ਤੋਂ ਉੱਤਮ ਇਸ਼ਨਾਨ ਹੈ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਨਾਮ ਦੇ ਵਿੱਚ ਇਸ਼ਨਾਨ ਕਰਨਾ। ਹਜ਼ੂਰ ਕਹਿੰਦੇ ਨੇ ਉਹਨੂੰ ਸਭ ਤੋਂ ਉੱਤਮ ਇਸ਼ਨਾਨ ਨਾਮ ਦਾ ਇਸ਼ਨਾਨ ਪ੍ਰਾਪਤ ਹੋ ਜਾਂਦਾ ਹੈ। ਚਾਰ ਪਦਾਰਥ ਕਮਲ ਪਰਗਾਸ। ਉਸ ਨੂੰ 4 ਪਦਾਰਥ ਧਰਮ ਅਰਥ ਕਾਮ ਮੋਖ ਵੀ ਮਿਲ ਜਾਂਦੇ ਨੇ, ਅਥਵਾ ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ ਤੇ ਮੁਕਤ ਪਦਾਰਥ। ਇਹ ਗੁਰਮਤਿ ਦੇ 4 ਪਦਾਰਥ ਵੀ ਮਿਲ ਜਾਂਦੇ ਹਨ। ਕਮਲ ਪ੍ਰਗਾਸ, ਉਹਦਾ ਹਿਰਦਾ ਕਮਲ ਵਾਂਗੂ ਖਿੜ ਜਾਂਦਾ ਹੈ। ਸਭ ਕੈ ਮਧ ਸਗਲ ਤੇ ਉਦਾਸ। ਫਿਰ ਉਹ ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਤੇ ਸਾਰਿਆਂ ਤੋਂ ਉਦਾਸ ਹੋ ਕੇ, ਵਿਰਕਤ ਹੋ ਕੇ, ਨਿਰਲੇਪ ਹੋ ਕੇ ਤੇ ਮੋਹ ਤੋਂ ਅਤੀਤ ਹੋ ਕੇ ਵਿਚਰਦਾ ਹੈ। ਸੁੰਦਰ ਚਤੁਰ ਤਤ ਕਾ ਬੇਤਾ। ਲੋ ਭਾਈ ਉਹ ਸਭ ਤੋਂ ਸੁੰਦਰ ਦਾ ਅਰਥ ਸੋਹਣਾ ਵੀ ਬਣ ਜਾਂਦਾ ਹੈ, ਤੇ ਚਤੁਰ ਸਿਆਣਾ ਵੀ ਬਣ ਜਾਂਦਾ ਹੈ, ਤੇ ਤਤ ਦਾ ਵੀ ਬੇਤਾ ਗਿਆਤਾ ਹੋ ਜਾਂਦਾ ਹੈ। ਸਮਦਰਸ਼ੀ ਏਕ ਦ੍ਰਿਸ਼ਟੇਤਾ। ਫਿਰ ਉਹ ਸਮ ਦ੍ਰਿਸ਼ਟੀ ਵਾਲਾ ਬਣ ਜਾਂਦਾ ਹੈ, ਤੇ ਏਕ ਦ੍ਰਿਸ਼ਟੇਤਾ ਫਿਰ ਉਹ ਸਾਰਿਆਂ ਵਿੱਚ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਵਸਦਾ ਦੇਖਦਾ ਹੈ। ਇਹ ਫਲ ਤਿਸ ਜਨ ਕੈ ਮੁਖ ਭਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਸਾਰੇ ਫਲ ਉਸ ਜਨ ਨੂੰ ਪ੍ਰਾਪਤ ਹੁੰਦੇ ਨੇ ਜਿਹੜਾ ਮੁਖ ਤੋਂ ਗੁਰੂ ਦੇ ਬਖਸ਼ੇ ਨਾਮ ਨੂੰ ਉਚਾਰਨ ਕਰਦਾ ਹੈ। ਗੁਰ ਨਾਨਕ ਨਾਮ ਬਚਨ ਮਨ ਸੁਨੈ। ਅਤੇ ਇਸ ਦੇ ਨਾਲ ਨਾਲ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਨਾਨਕ ਦੇ ਨਾਮ ਨੂੰ ਤੇ ਗੁਰੂ ਨਾਨਕ ਦੇ ਬਚਨਾਂ ਨੂੰ ਮਨ ਦੇ ਨਾਲ ਸੁਣਦਾ ਹੈ, ਭਾਵ ਮਨ ਦੀ ਪੂਰਨ ਇਕਾਗਰਤਾ ਤੇ ਧਿਆਨ ਦੇ ਨਾਲ ਸੁਣਦਾ ਹੈ, ਉਸ ਨੂੰ ਪੂਰਬੋਗਤ ਸਾਰੇ ਫਲ ਪ੍ਰਾਪਤ ਹੁੰਦੇ ਹਨ। ਇਹੋ ਨਿਧਾਨ ਜਪੈ ਮਨ ਕੋਏ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜੀ ਬਾਣੀ ਹੈ ਵੀ ਸਾਰੇ ਸੁੱਖਾਂ ਦਾ ਖਜ਼ਾਨਾ ਹੈ, ਅਥਵਾ ਵਾਹਿਗੁਰੂ ਦਾ ਨਾਮ ਇਹੋ ਨਿਧਾਨ। ਇਹ ਜਿਹੜਾ ਵਾਹਿਗੁਰੂ ਦਾ ਨਾਮ ਇਹ ਖਜ਼ਾਨਾ ਹੈ, ਜਪੈ ਮਨ ਕੋਏ, ਜਿਹੜਾ ਆਪਣੇ ਮਨ ਦੇ ਨਾਲ ਜਪਦਾ ਹੈ, ਕੇਵਲ ਰਸਨਾ ਤੋਂ ਹੀ ਨਹੀਂ, ਜਿਹੜਾ ਮਨ ਦੇ ਨਾਲ ਇਸ ਨੂੰ ਜਪਦਾ ਹੈ। ਸਭ ਯੁਗ ਮਹਿ ਤਾ ਕੀ ਗਤ ਹੋਏ। ਫਿਰ ਸਾਰੇ ਯੁਗਾਂ ਦੇ ਵਿੱਚ ਉਸ ਦੀ ਪਾਈ ਗਤੀ ਦਾ ਅਰਥ ਹੈ ਕਲਿਆਣ ਹੋ ਜਾਂਦੀ ਹੈ, ਭਾਵ ਕਿਸੇ ਵੀ ਯੁੱਗ ਦੇ ਵਿੱਚ ਕੋਈ ਵੀ ਭਗਤ ਵਾਹਿਗੁਰੂ ਦਾ ਨਾਮ ਜਪੇ ਤੇ ਸਾਰੇ ਯੁਗਾਂ ਵਿੱਚ ਉਸ ਦੀ ਕਲਿਆਣ ਹੁੰਦੀ ਹੈ। ਗੁਣ ਗੋਬਿੰਦ ਨਾਮ ਧੁਨ ਬਾਣੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਬਾਣੀ ਸੁਖਮਨੀ ਸਾਹਿਬ ਜੀ ਦੇ ਅੰਦਰ ਗੁਣ ਗੋਬਿੰਦ, ਉਸ ਗੋਬਿੰਦ ਦੇ ਗੁਣਾਂ ਦਾ ਉਚਾਰਨ ਕੀਤਾ ਗਿਆ ਹੈ, ਤੇ ਉਸ ਵਾਹਿਗੁਰੂ ਦੇ ਨਾਮ ਦੀ ਮਹਿਮਾ ਧੁਨ ਦਾ ਅਰਥ ਉਚਾਰਨ ਕੀਤੀ ਗਈ ਹੈ। ਇਸ ਲਈ ਹਰ ਵਿਅਕਤੀ ਨੂੰ ਇਸ ਬਾਣੀ ਦੁਆਰਾ ਨਾਮ ਦੀ ਮਹਿਮਾ ਸਮਝਣੀ ਚਾਹੀਦੀ ਹੈ। ਸਿਮਰਤ ਸ਼ਾਸਤਰ ਵੇਦ ਬਖਾਣੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੁਖਮਨੀ ਬਾਣੀ ਦੇ ਵਿੱਚ ਵੀ ਗੋਬਿੰਦ ਦੇ ਗੁਣਾਂ ਤੇ ਨਾਮ ਦੀ ਮਹਿਮਾ ਉਚਾਰਨ ਕੀਤੀ ਗਈ ਹੈ, ਤੇ ਬਾਕੀ ਜਿਹੜੇ ਹਿੰਦੂ ਮਤ ਦੇ ਗ੍ਰੰਥ ਨੇ, ਸਿਮਰਤੀਆਂ ਸ਼ਾਸਤਰ ਤੇ ਵੇਦ, ਉਹਨਾਂ ਨੇ ਵੀ ਨਾਮ ਦੀ ਮਹਿਮਾ ਹੀ ਉਚਾਰਨ ਕੀਤੀ ਹੈ। ਸਗਲ ਮਤਾਂਤ ਕੇਵਲ ਹਰ ਨਾਮ। ਲੋ ਹਜ਼ੂਰ ਕਹਿੰਦੇ ਨੇ, ਭਾਈ ਸਾਰੇ ਮਤਾਂ ਦਾ ਨਿਚੋੜ ਇਹੀ ਹੈ, ਕੇਵਲ ਹਰ ਨਾਮ। ਵੀ ਕੇਵਲ ਦਾ ਅਰਥ ਹੈ ਵੀ ਨਰੋਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ। ਗੋਬਿੰਦ ਭਗਤ ਕੈ ਮਨ ਵਿਸਰਾਮ। ਹਾਂ, ਜਿਹੜੇ ਗੋਬਿੰਦ ਦੇ ਭਗਤ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਸੰਤ ਭਗਤ ਗੁਰਸਿੱਖ ਹਨ, ਉਹਨਾਂ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਵਸਦਾ ਹੈ, ਤੇ ਸਾਰੇ ਮਤਾਂ ਦਾ ਨਿਚੋੜ ਵੀ ਇਹੀ ਹੈ ਵੀ ਵਾਹਿਗੁਰੂ ਦਾ ਨਾਮ ਜਪ ਕੇ ਹੀ ਮੁਕਤੀ ਹੁੰਦੀ ਹੈ। ਕੋਟ ਅਪਰਾਧ ਸਾਧ ਸੰਗ ਮਿਟੈ। ਲੋ ਹਜ਼ੂਰ ਕਹਿੰਦੇ ਨੇ, ਭਾਈ ਜਿਹੜਾ ਮਹਾਂਪੁਰਖ ਵਾਹਿਗੁਰੂ ਦਾ ਨਾਮ ਜਪਦਾ ਹੈ, ਸਵਾਸ ਗਰਾਸ ਸਿਮਰਨ ਕਰਦਾ ਹੈ,
ਐਸੇ ਮਹਾਂਪੁਰਖਾਂ ਦੀ ਸੰਗਤ ਕਰਕੇ ਕਰੋੜਾਂ ਹੀ ਅਪਰਾਧ ਮਿਟ ਜਾਂਦੇ ਹਨ। ਸੰਤ ਕਿਰਪਾ ਤੇ ਜਮ ਤੇ ਛੁਟੈ। ਲੋ ਹਜ਼ੂਰ ਕਹਿੰਦੇ ਨੇ ਭਾਈ ਉਸ ਪਰਉਪਕਾਰੀ ਸਵਾਸ ਗ੍ਰਾਸ ਸਿਮਰਨ ਕਰਨ ਵਾਲੇ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਇਹ ਜੀਵ ਜਮਾਂ ਤੋਂ ਵੀ ਛੁੱਟ ਜਾਂਦਾ ਹੈ। ਨਾਨਕ ਦਾਸ ਮੁਖਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਜੋ ਵਾਹਿਗੁਰੂ ਦੇ ਪਿਆਰੇ ਮੁਖੋਂ ਬਚਨ ਕਹਿ ਦਿੰਦੇ ਨੇ ਧਰਮਰਾਜ ਵੀ ਉਸ ਨੂੰ ਮੰਨ ਲੈਂਦਾ ਹੈ। ਇਸੇ ਲਈ ਉਹਨਾਂ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਜੀਵ ਜਮਾਂ ਤੋਂ ਵੀ ਛੁੱਟ ਜਾਂਦਾ ਹੈ। ਇੱਕ ਹੋਰ ਵੀ ਪੰਕਤੀ ਆਈ ਹੈ, ਜੇ ਕੋ ਜੀਓ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਜਿਹੜਾ ਉਹਨਾਂ ਮਹਾਂਪੁਰਖਾਂ ਨੂੰ ਜਿਉਂ ਆਇਆ ਵੀ ਕਹਿ ਦਿੰਦਾ, ਉਹਨਾਂ ਦਾ ਦਿਲੋਂ ਸਤਿਕਾਰ ਕਰਦਾ ਹੈ ਤੇ ਉਹਨੂੰ ਫਿਰ ਜਮਾਂ ਦੀ ਵੀ ਤੱਦੀ ਨਹੀਂ ਹੋ ਸਕਦੀ, ਜਮਾਂ ਦੀ ਸਖਤੀ ਵੀ ਨਹੀਂ ਦੇਖਣੀ ਪੈਂਦੀ। ਮਹਾਂਪੁਰਖਾਂ ਦੇ ਸਤਿਕਾਰ ਕਰਨ ਵਾਲਿਆਂ ਨੂੰ ਵੀ ਜਮ ਛੱਡ ਦਿੰਦਾ ਹੈ। ਜਾ ਕੇ ਮਸਤਕ ਕਰਮ ਪ੍ਰਭ ਪਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਦੇ ਮੱਥੇ ਤੇ ਉਹ ਸਰਬ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੇ ਚੰਗੇ ਕਰਮ ਚੰਗੇ ਭਾਗ ਲਿਖ ਦਿੱਤੇ ਹਨ। ਸਾਧ ਸਰਣ ਨਾਨਕ ਤੇ ਆਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਗੁਰਮੁਖ ਜਨ ਤੇ ਐਸੇ ਪੂਰਨ ਮਹਾਂਪੁਰਖਾਂ ਦੀ ਸ਼ਰਨ ਵਿੱਚ ਆਏ ਨੇ ਜਿਨ੍ਹਾਂ ਦੇ ਮੱਥੇ ਤੇ ਵਾਹਿਗੁਰੂ ਨੇ ਚੰਗੇ ਭਾਗ ਲਿਖ ਦਿੱਤੇ ਹਨ। ਜਿਸ ਮਨ ਬਸੈ ਸੁਨੈ ਲਾਏ ਪ੍ਰੀਤ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਦੇ ਮਨ ਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਂਦਾ ਹੈ। ਵਸਦਾ ਕਿਸ ਦੇ ਮਨ ਵਿੱਚ ਹੈ? ਸੁਨੈ ਲਾਏ ਪ੍ਰੀਤ। ਜਿਹੜਾ ਪ੍ਰੀਤ ਲਾ ਕੇ ਸੁਣਦਾ ਹੈ ਤੇ ਫਿਰ ਉਹਦੇ ਮਨ ਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਂਦਾ ਹੈ। ਤਿਸ ਜਨ ਆਵੈ ਹਰ ਪ੍ਰਭ ਚੀਤ। ਲੋ ਜਿਹਦੇ ਮਨ ਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਵੇ ਤੇ ਫਿਰ ਉਸੇ ਜਨ ਗੁਰਮੁਖ ਪਿਆਰੇ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਚੇਤੇ ਆਉਂਦਾ ਹੈ। ਤੁਸੀਂ ਕਿਸੇ ਵੀ ਮਨੁੱਖ ਨੂੰ ਚੇਤੇ ਕਰਨਾ, ਉਹਦੇ ਨਾਮ ਨੂੰ ਯਾਦ ਕਰ ਲਓ। ਜਦੋਂ ਨਾਮ ਚੇਤੇ ਕਰੋਗੇ ਉਹਦੀ ਸ਼ਕਲ ਸਾਹਮਣੇ ਆ ਜਾਵੇਗੀ। ਇਸੇ ਲਈ ਜਦੋਂ ਅਸੀਂ ਵਾਹਿਗੁਰੂ ਦਾ ਨਾਮ ਲਈਏ ਤੇ ਫਿਰ ਵਾਹਿਗੁਰੂ ਵੀ ਚੇਤੇ ਆ ਜਾਂਦਾ ਹੈ। ਜਨਮ ਮਰਨ ਤਾਕਾ ਦੁੱਖ ਨਿਵਾਰੈ। ਲੋ ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਉਸ ਦਾ ਜਨਮ ਮਰਨ ਦਾ ਦੁੱਖ ਵੀ ਮੇਟ ਦਿੰਦਾ ਹੈ। ਦੁਰਲਭ ਦੇ ਤਤਕਾਲ ਉਧਾਰੈ। ਇਹ ਜਿਹੜੀ ਦੁਰਲਭ ਦੇ ਸਾਨੂੰ ਪ੍ਰਾਪਤ ਹੋਈ ਹੈ ਨਾ, ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ ਮਾਨਸ ਜਨਮ ਦੁਰਲਭ ਹੈ ਹੋਤ ਨਾ ਬਾਰੈ ਬਾਰ। ਜਿਉਂ ਬਨ ਫਲ ਪਾਕੇ ਭੂਈ ਗਿਰੈ ਬੋਹਰ ਨਾ ਲਾਗੈ ਡਰ। ਇਹ ਜਿਹੜੀ ਮਨੁੱਖਾ ਦੇਹ ਹੈ ਬੜੀ ਦੁਰਲਭ ਦੇ ਸਾਨੂੰ ਪ੍ਰਾਪਤ ਹੋਈ ਹੈ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਇਹਦੀ ਸਫਲਤਾ ਨਾਮ ਦੇ ਨਾਲ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜਾ ਵਾਹਿਗੁਰੂ ਦਾ ਨਾਮ ਹੈ ਇਸ ਦੁਰਲਭ ਦੇਹ ਨੂੰ ਵੀ ਤਤਕਾਲ ਦਾ ਅਰਥ ਹੈ ਸ਼ੀਘਰ, ਬਹੁਤ ਛੇਤੀ ਉਧਾਰ ਦਿੰਦਾ ਹੈ। ਨਿਰਮਲ ਸੋਭਾ ਅੰਮ੍ਰਿਤਤਾ ਕੀ ਬਾਣੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਪ੍ਰਾਣੀ ਦੀ ਸੋਭਾ ਵੀ ਨਿਰਮਲ ਹੋ ਜਾਂਦੀ ਹੈ ਤੇ ਉਸ ਦੀ ਬਾਣੀ ਵੀ ਅੰਮ੍ਰਿਤ ਰੂਪ ਹੋ ਜਾਂਦੀ ਹੈ। ਕਿਉਂਕਿ ਜਿਹੜਾ ਮਨੁੱਖ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਦਾ ਹੈ ਨਾ ਤੇ ਫਿਰ ਉਹਨੂੰ ਇਹ ਸਾਰੇ ਫਲ ਪ੍ਰਾਪਤ ਹੁੰਦੇ ਨੇ। ਉਹਦੀ ਸੋਭਾ ਵੀ ਨਿਰਮਲ ਤੇ ਉਹਦੀ ਬਾਣੀ ਵੀ ਅੰਮ੍ਰਿਤ ਵਰਗੀ ਮਿੱਠੀ ਹੋ ਜਾਂਦੀ ਹੈ। ਏਕ ਨਾਮ ਮਨ ਮਾਹੇ ਸਮਾਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਕ ਵਾਹਿਗੁਰੂ ਦਾ ਨਾਮ ਉਹਦੇ ਮਨ ਦੇ ਵਿੱਚ ਸਮਾ ਜਾਂਦਾ ਹੈ, ਮਨ ਦੇ ਵਿੱਚ ਵਸ ਜਾਂਦਾ ਹੈ। ਦੁੱਖ ਰੋਗ ਬਿਨਸੇ ਭੈ ਭਰਮ। ਲੋ ਹਜ਼ੂਰ ਕਹਿੰਦੇ ਨੇ, ਭਾਈ ਉਹਦੇ ਸਾਰੇ ਦੁੱਖ ਵੀ ਤੇ ਰੋਗ ਵੀ। ਰੋਗ ਤੋਂ ਅਰਥ ਹੈ ਬਿਮਾਰੀਆਂ। ਜਿੰਨੇ ਦੁੱਖ ਨੇ ਜਿੰਨੇ ਰੋਗ ਨੇ ਉਹ ਵੀ ਉਹਦੇ ਨਾਸ਼ ਹੋ ਜਾਂਦੇ ਨੇ ਤੇ ਸਾਰੇ ਭੈ ਤੇ ਭਰਮ ਵੀ ਦੂਰ ਹੋ ਜਾਂਦੇ ਨੇ। 7 ਪ੍ਰਕਾਰ ਦੇ ਭੈ ਮੰਨੇ ਨੇ। ਇਹ ਭੈ ਪਰਲੋਕ ਭੈ, ਜਨਮ ਵੇਦਨਾ ਜਾਤ, ਅਨ ਰੱਖਿਆ ਅਰ ਗੁਪਤ ਭੈ, ਅਕਸ ਮਾਤਰ ਭੈ ਸਾਤ। ਤੇ ਭਰਮ 5 ਪ੍ਰਕਾਰ ਦੇ ਮੰਨੇ ਨੇ। ਭੇਦ ਭਰਮ, ਕਰਤੱਤ ਭਰਮ, ਪੁਨ ਸੰਗ ਭਰਮ ਵਿਕਾਰ, ਬ੍ਰਹਮ ਮਿੱਤਰ ਜਗ ਸਤ ਭਰਮ, ਪੰਚੋ ਭਰਮ ਸੰਸਾਰ। ਉਹਦੇ ਸਾਰੇ ਭੈ ਤੇ ਭਰਮ ਦੂਰ ਹੋ ਜਾਂਦੇ ਹਨ। ਸਾਧ ਨਾਮ ਨਿਰਮਲਤਾ ਕੇ ਕਰਮ। ਲੋ ਹਜ਼ੂਰ ਕਹਿੰਦੇ ਨੇ, ਫਿਰ ਉਸ ਦਾ ਨਾਮ ਅਸਲੀ ਸਾਧੂ ਹੁੰਦਾ ਹੈ। ਉਹਨੂੰ ਸਾਧੂ ਕਹਿਣਾ ਬਣਦਾ ਹੈ ਜਿਹਦੇ ਵਿੱਚ ਸਾਰੇ ਗੁਣ ਆ ਜਾਂਦੇ ਨੇ। ਤੇ ਨਿਰਮਲਤਾ ਕੇ ਕਰਮ, ਹਜ਼ੂਰ ਕਹਿੰਦੇ ਫਿਰ ਉਹਦੇ ਸਾਰੇ ਕਰਮ ਵੀ ਨਿਰਮਲ ਹੋ ਜਾਂਦੇ ਨੇ। ਉਹ ਇੱਕ ਸ੍ਰੇਸ਼ਟਾਚਾਰੀ ਹੋ ਜਾਂਦਾ ਹੈ। ਉਹਦੇ ਕਰਮ ਵੀ ਲੋਕ ਭਲਾਈ ਦੇ ਪਰਉਪਕਾਰ ਦੇ ਹੁੰਦੇ ਹਨ। ਸਭ ਤੇ ਊਚ ਤਾਕੀ ਸੋਭਾ ਬਣੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੰਤਲੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ, ਗੁਰਮੁਖੋ ਫਿਰ ਉਸ ਮਹਾਂਪੁਰਖ ਦੀ ਸਭ ਤੋਂ ਉੱਚੀ ਸੋਭਾ ਬਣੀ ਹੈ
ਕਿਉਂਕਿ ਪੰਡਤ ਸੂਰ ਛਤਰ ਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਦੁਨੀਆ ਵਿੱਚ ਬੜੇ ਬੜੇ ਵਿਦਵਾਨ ਵੀ ਹੁੰਦੇ ਨੇ, ਬੜੇ ਬੜੇ ਸੂਰਮੇ ਵੀ ਹੁੰਦੇ ਨੇ ਤੇ ਬੜੇ ਬੜੇ ਰਾਜੇ ਮਹਾਰਾਜੇ ਵੀ ਹੁੰਦੇ ਨੇ, ਪਰ ਹਜ਼ੂਰ ਕਹਿੰਦੇ ਸਭ ਤੋਂ ਉੱਚੀ ਉਸ ਮਹਾਂਪੁਰਖ ਦੀ ਸੋਭਾ ਬਣੀ ਹੈ। ਨਾਨਕ ਇਹ ਗੁਣ ਨਾਮ ਸੁਖ ਮਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਸਾਰੇ ਗੁਣਾਂ ਦੇ ਕਰਕੇ ਇਸ ਬਾਣੀ ਦਾ ਨਾਮ ਸੁਖਮਨੀ ਅਸਾਂ ਰੱਖਿਆ ਹੈ। ਇਹ ਸਾਰੇ ਗੁਣ ਇਸ ਬਾਣੀ ਦੇ ਵਿੱਚ ਮੌਜੂਦ ਨੇ। ਜਿਹੜਾ ਵੀ ਗੁਰਸਿੱਖ ਮਾਈ ਭਾਈ ਰੋਜ਼ਾਨਾ ਇਸ ਬਾਣੀ ਦਾ ਪਾਠ ਕਰੇ ਤੇ ਦੁੱਖ ਰੋਗ ਬਿਨਸੇ ਪੈ ਭਰਮ, ਇਹ ਉਸ ਨੂੰ ਫਲ ਪ੍ਰਾਪਤ ਹੁੰਦੇ ਨੇ ਤੇ ਚਾਰੇ ਪਦਾਰਥ ਵੀ ਸਭ ਕੁਝ ਉਸ ਨੂੰ ਮਿਲ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਇਹੀ ਸ੍ਰੇਸ਼ਟ ਗੁਣਾਂ ਦੇ ਕਾਰਨ ਇਸ ਬਾਣੀ ਦਾ ਨਾਮ ਸੁਖਮਨੀ ਅਸਾਂ ਰੱਖਿਆ ਹੈ। ਸੁਖਮਨੀ ਦਾ ਅਰਥ ਹੈ ਸੁੱਖਾਂ ਦੀ ਮਣੀ, ਮਨਾਂ ਨੂੰ ਸੁਖ ਦੇਣ ਵਾਲੀ ਅਥਵਾ ਸ਼੍ਰੋਮਣੀ ਸੁਖ, ਆਤਮਕ ਸੁਖ ਦੇਣ ਵਾਲੀ ਇਹ ਸਤਿਗੁਰੂ ਦੀ ਬਾਣੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਜੋ ਪਿਛਲੇ ਕੁਝ ਦਿਨਾਂ ਤੋਂ ਆਪ ਸੰਗਤਾਂ ਲੜੀਵਾਰ ਕਥਾ ਦੇ ਅੰਦਰ ਸੁਖਮਨੀ ਸਾਹਿਬ ਬਾਣੀ ਦੀ ਵਿਚਾਰ ਸਰਵਣ ਕਰ ਰਹੇ ਸੀ। ਅੱਜ ਇਹ ਬਾਣੀ ਸੰਪੂਰਨ ਹੋਈ ਹੈ, ਇਸ ਲਈ ਅੱਗੇ ਜਿਹੜੀ ਹੋਰ ਥਿਤੀ ਬਾਣੀ ਦੀ ਕਥਾ ਆਰੰਭ ਹੋਵੇਗੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ, ਜੋ ਇਸ ਪਵਿੱਤਰ ਬਾਣੀ ਦੀ ਮਹਿਮਾ ਸਤਿਗੁਰੂ ਨੇ ਲਿਖੀ ਹੈ, ਇਹ ਗੱਲ ਇੱਕ ਵਿਸ਼ੇਸ਼ ਧਿਆਨ ਦੇਣ ਯੋਗ ਹੈ। ਬਾਣੀਆਂ ਤੇ ਹੋਰ ਵੀ ਬੇਅੰਤ ਨੇ, 5 ਬਾਣੀਆਂ ਵੀ ਹਨ, ਸ੍ਰੀ ਆਸਾ ਜੀ ਦੀ ਵਾਰ ਵੀ ਹੈ, ਹੋਰ ਬੇਅੰਤ ਬਾਣੀਆਂ ਨੇ, ਪਰ ਜਿੰਨੀ ਮਹਿਮਾ ਸਤਿਗੁਰੂ ਨੇ ਆਪ ਇਸ ਬਾਣੀ ਦੀ ਲਿਖੀ ਹੈ ਨਾ, ਉਹ ਹੋਰ ਬਾਣੀ ਦੀ ਆਪ ਸਤਿਗੁਰੂ ਨੇ ਉਨੀ ਮਹਿਮਾ ਨਹੀਂ ਲਿਖੀ। ਭਾਵੇਂ ਠੀਕ ਹੈ ਬਾਣੀ ਸਾਰੀ ਗੁਰੂ ਦਾ ਰੂਪ ਹੈ, ਪਰ ਇਹ ਬਾਣੀ ਸਰਲ ਵੀ ਹੈ, ਸੁਖੈਨ ਵੀ ਹੈ ਤੇ ਇਹਦੀ ਮਹਿਮਾ ਵੀ ਸਤਿਗੁਰੂ ਨੇ ਆਪ ਅਪਰਪਾਰ ਲਿਖੀ ਹੈ। ਇਸ ਲਈ ਇਸ ਬਾਣੀ ਨੂੰ ਹਰ ਗੁਰਸਿੱਖ ਮਾਈ ਭਾਈ ਨੂੰ ਪੜ੍ਹਨਾ ਚਾਹੀਦਾ, ਪੜ੍ਹਨਾ ਹੀ ਨਹੀਂ ਚਾਹੀਦਾ ਤੇ ਉਹਨੂੰ ਵਿਚਾਰਨਾ ਵੀ ਚਾਹੀਦਾ, ਕਮਾਉਣਾ ਵੀ ਚਾਹੀਦਾ ਹੈ, ਤੇ ਫਿਰ ਇਹਦੇ ਪੂਰਨ ਫਲ ਸਾਨੂੰ ਪ੍ਰਾਪਤ ਹੋ ਸਕਦੇ ਨੇ। ਸਤਿਗੁਰੂ ਮਿਹਰ ਕਰਨ, ਇਹ ਬਾਣੀ ਦੀ ਸਿੱਖਿਆ ਸਾਡੇ ਹਿਰਦੇ ਵਿੱਚ ਵਸੇ, ਇਹਦੇ ਨਾਲ ਸਾਨੂੰ ਸਤਿਗੁਰੂ ਦੀਆਂ ਸਾਰੀਆਂ ਬਖਸ਼ਾਂ ਤੇ ਰਹਿਮਤਾਂ ਪ੍ਰਾਪਤ ਹੋ ਸਕਦੀਆਂ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸਭ ਤੇ ਊਚ ਤਾਕੀ ਸੋਭਾ ਬਨੇ, ਨਾਨਕ ਇਹ ਗੁਣ ਨਾਮ ਸੁਖ ਮਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।